morning, students. Good morning, sir. Good morning, sir. Good morning. Good morning, sir. Good morning. जो ਅੱਜ ਆਪਾਂ ਛੋਟੇ ਟੌਪਿਕ ਕਰਦੇ ਆ ਆਪਣਾ ਜੋ ਅੱਜ ਆਪਣਾ ਟੌਪਿਕ ਹੈ ਆਪਾਂ ਕਰਾਂਗੇ ਲਿਸਟ HTML ਦੇ ਵਿੱਚ ਲਿਸਟ ਕ੍ਰੀਏਟ ਕਿਵੇਂ ਕਰਨੀ ਹੈ। ਠੀਕ ਹੈ, HTML 'ਚ ਆਪਾਂ ਲਿਸਟ ਕਿਵੇਂ ਕ੍ਰੀਏਟ ਕਰਨੀ ਹੈ, ਕਿੰਨੀ ਟਾਈਪਸ ਦੀ ਲਿਸਟ ਹੋ ਸਕਦੀ ਹੈ, ਨੈਸਟਡ ਲਿਸਟ ਕਿਵੇਂ ਕ੍ਰੀਏਟ ਕਰਨੀ ਹੈ, ਇੱਕ ਲਿਸਟ ਦੇ ਅੰਦਰ ਦੂਸਰੀ ਲਿਸਟ ਕਿਵੇਂ ਕ੍ਰੀਏਟ ਕਰਨੀ ਹੈ, ਲਿਸਟ ਦੇ ਜਿਹੜੇ ਟਾਈਪਸ ਹੈ ਜਾਂ ਜਿਹੜਾ ਟਾਈਪ ਐਟਰੀਬਿਊਟ ਹੈ ਉਸਦੇ ਨਾਲ ਆਪਾਂ ਕਿਵੇਂ ਥੋੜੀ ਜਿਹੀ ਫਾਰਮੈਟਿੰਗ ਆਪਾਂ ਚੇਂਜ ਕਰ ਸਕਦੇ ਹਾਂ ਲਿਸਟ ਦੀ। ਠੀਕ ਹੈ, ਮੈਂ ਸਕਰੀਨ ਸ਼ੇਅਰ ਕਰ ਰਿਹਾ, ਇੱਕ ਵਾਰ ਚੈਟ ਦੇ ਵਿੱਚ ਕਨਫਰਮ ਕਰ ਦਿਓ। ਹਾਂਜੀ, ਚੈਟ ਦੇ ਵਿੱਚ ਦੱਸ ਦਿਓ ਸਕਰੀਨ ਵਿਜ਼ੀਬਲ ਹੈ ਨਾ। ਠੀਕ ਹੈ, ਓਕੇ, ਥੈਂਕ ਯੂ ਕਰਨ। ਲਾਈਕ ਜੋ ਹੁਣ ਆਪਣਾ HTML ਦੇ ਵਿੱਚ ਜੋ ਲਿਸਟ ਹੈ ਠੀਕ ਹੈ, ਜੋ HTML ਦੇ ਵਿੱਚ ਤਿੰਨ ਤਰ੍ਹਾਂ ਦੀ ਆਪਣੀ ਮੇਨ ਲਿਸਟਸ ਹੈ, ਮਤਲਬ ਆਪਾਂ ਤਿੰਨ ਤਰੀਕੇ ਨਾਲ ਡੇਟਾ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ ਲਿਸਟ ਦੇ ਵਿੱਚ। ਫਸਟ ਕੀ ਹੈ, UL ਦੇ ਨਾਲ, UL ਟੈਗ ਦੇ ਨਾਲ ਹੈ, ਇਸ ਨੂੰ ਬੋਲਦੇ ਆ ਅਨਆਰਡਰਡ ਲਿਸਟ। UL ਦੇ ਨਾਲ ਆਪਾਂ ਕ੍ਰੀਏਟ ਕਰਦੇ ਆ ਅਨਆਰਡਰਡ ਲਿਸਟ, OL ਦੇ ਨਾਲ ਕ੍ਰੀਏਟ ਕਰਦੇ ਆ ਆਪਾਂ ਆਰਡਰਡ ਲਿਸਟ, ਤੇ DL ਨਾਲ ਕ੍ਰੀਏਟ ਕਰਦੇ ਆ ਆਪਾਂ ਡੈਫੀਨੇਸ਼ਨ ਲਿਸਟ। ਤਿੰਨ ਤਰ੍ਹਾਂ ਦੀ ਲਿਸਟ ਹੈ ਆਪਣੇ ਕੋਲ। ਜੇ ਆਪਾਂ ਦੇਖੀਏ ਫਸਟ ਕਿਹੜੀ ਹੈ ਆਪਣੀ, UL ਅਨਆਰਡਰਡ ਲਿਸਟ, ਦੈਨ OL ਆਰਡਰਡ ਲਿਸਟ, DL ਡੈਫੀਨੇਸ਼ਨ ਲਿਸਟ। ਇੱਕ ਆਪਾਂ ਟੈਗ ਯੂਜ਼ ਕਰਦੇ ਹਾਂ ਇਹਨਾਂ ਦੋਨਾਂ ਦੇ ਵਿੱਚ LI ਟੈਗ ਹੁੰਦਾ ਆਪਣਾ ਲਿਸਟ ਆਈਟਮ। ਵੀ ਲਿਸਟ ਦੇ ਵਿੱਚ ਜਦੋਂ ਆਪਾਂ ਆਈਟਮਸ ਇਨਸਰਟ ਕਰਨੀ ਹੈ ਉਸ ਦੇ ਲਈ ਆਪਾਂ ਟੈਗ ਯੂਜ਼ ਕਰਾਂਗੇ LI ਟੈਗ, ਚਾਹੇ UL ਹੈ ਚਾਹੇ OL। DL ਦੇ ਵਿੱਚ ਆਪਾਂ DT ਯੂਜ਼ ਕਰਦੇ ਹਾਂ, ਇੱਕ DT ਡਾਟਾ ਟਰਮ, ਕਿਹੜੀ ਟਰਮ ਹੈ, ਇੱਕ DDL ਉਸ ਦੀ ਡਿਸਕ੍ਰਿਪਸ਼ਨ ਦੇ ਲਈ। ਮਤਲਬ ਇਸ ਦੇ ਵਿੱਚ ਆਪਾਂ ਤਿੰਨ ਟੈਗ ਯੂਜ਼ ਕਰਾਂਗੇ, DL, DT ਤੇ DD। ਜਿਹੜੀ ਆਪਣੀ ਆਰਡਰਡ ਤੇ ਅਨਆਰਡਰਡ ਲਿਸਟ ਹੈ ਉਹ 'ਚ ਦੋ ਹੀ ਯੂਜ਼ ਹੋਣਗੇ, UL ਦੇ ਨਾਲ LI ਜਾਂ OL ਦੇ ਨਾਲ ਆਪਣਾ LI। ਠੀਕ ਹੈ ਨਾ। ਹੁਣ ਜਦੋਂ ਵੀ ਆਪਾਂ ਲਿਸਟ ਸਟਾਰਟ ਕਰਨੀ ਹੈ, ਲਿਸਟ ਕ੍ਰੀਏਟ ਕਰਨੀ, ਸਭ ਤੋਂ ਪਹਿਲਾਂ ਲਾਈਕ ਆਪਾਂ ਸਟਾਰਟ ਕੀਤਾ ਹੈ OL ਆਰਡਰਡ ਲਿਸਟ। ਆਰਡਰਡ ਲਿਸਟ ਲਾਸਟ ਦੇ ਵਿੱਚ ਆਪਾਂ ਉਹਨੂੰ ਬੰਦ ਵੀ ਕਰਨਾ ਹੈ ਆਰਡਰਡ ਲਿਸਟ ਨੂੰ, ਤੇ ਇਹਦੇ ਵਿੱਚ LI ਹੋਣਗੇ ਆਪਣੇ ਕੋਲ ਜਿੰਨੀਆਂ ਆਪਾਂ ਆਈਟਮਸ ਪਾਣੀਆਂ। LI ਲਿਸਟ ਆਈਟਮਸ, ਪਹਿਲੀ ਆਈਟਮ, ਸੈਕਿੰਡ ਆਈਟਮ, ਥਰਡ ਆਈਟਮ। LI ਨੂੰ ਕਲੋਜ਼ ਕਰਨਾ ਆਪਸ਼ਨਲ ਹੈ ਬਟ ਕਲੋਜ਼ ਕਰ ਦਿਆ ਕਰੋ। ਠੀਕ ਹੈ ਨਾ। LI ਟੈਗ ਮੀਨਸ ਇੱਕ ਆਰਡਰਡ ਲਿਸਟ ਕ੍ਰੀਏਟ ਹੋ ਗਈ। ਠੀਕ ਹੈ, ਉਸ ਦੇ ਵਿੱਚ ਤਿੰਨ ਆਈਟਮਸ ਹੈ ਆਪਣੀਆਂ 1 2 3। LI ਦੇ ਨਾਲ ਆਪਾਂ ਉਸ 'ਚ ਆਈਟਮਸ ਪਾਵਾਂਗੇ। ਜਿਹੜੀ ਇਹਦੀ ਹੈਡਿੰਗ ਲਿਖਣੀ ਹੈ ਟੌਪ ਤੇ ਵੀ ਇਹ ਲਿਸਟ ਕਿਸ ਤਰੀਕੇ ਦੀ ਹੈ, ਉਸ ਦੇ ਲਈ ਤੁਸੀਂ H1 H2 H3 ਕੋਈ ਵੀ ਟੈਗ ਯੂਜ਼ ਕਰ ਸਕਦੇ ਹੋ, ਜ਼ਿਆਦਾ ਬੈਟਰ ਰਹਿੰਦਾ ਹੈ। ਠੀਕ ਹੈ ਨਾ। ਲਿਸਟ ਆਫ XYZ ਕਿਸ ਦੀ ਲਿਸਟ ਹੈ, LI ਜਿਸ ਦੀ ਲਿਸਟ ਹੈ। ਠੀਕ ਹੈ ਨਾ। ਇਸ ਦੇ ਲਈ BR ਦੀ ਜ਼ਰੂਰਤ ਨਹੀਂ ਹੈ, ਜਦੋਂ ਆਪਾਂ ਲਿਸਟ ਆਈਟਮ ਇਨਸਰਟ ਕਰਾਂਗੇ ਆਪਣੇ ਆਪ ਉਹ ਨੈਕਸਟ ਲਾਈਨ ਦੇ ਵਿੱਚ ਆਉਂਦੀ ਰਹੂਗੀ। ਠੀਕ ਹੈ ਨਾ। ਮੀਨਸ ਆਪਾਂ ਨੂੰ ਬਾਰ-ਬਾਰ ਉਸ ਦੇ ਵਿੱਚ BR ਟੈਗ ਲਗਾਉਣ ਦੀ ਜ਼ਰੂਰਤ ਨਹੀਂ ਪਊਗੀ, ਤਾਂ ਜੋ ਆਪਾਂ ਉਸਨੂੰ ਨੈਕਸਟ ਦੇ ਵਿੱਚ ਲੈ ਕੇ ਆਉਣ ਲਈ ਆਪਾਂ ਨੂੰ BR ਦੀ ਜ਼ਰੂਰਤ ਨਹੀਂ ਹੈ, ਆਟੋਮੈਟਿਕਲੀ ਉਹ ਅੱਗੇ ਆਉਂਦੇ ਰਹੂ। ਹੁਣ ਜਿਹੜੇ ਇਹ ਹੈ ਆਪਣੇ ਆਰਡਰਡ ਲਿਸਟ ਹੈ, ਆਰਡਰਡ ਲਿਸਟ 'ਚ ਜਿਹੜੀ ਆਪਾਂ ਨੰਬਰਿੰਗ ਲਿਖਣੀ ਹੈ ਉਹ ਕਿੰਨੀ ਤਰ੍ਹਾਂ ਦੀ ਹੋ ਸਕਦੀ ਹੈ। ਜਿਹੜੀ ਨੰਬਰਿੰਗ ਹੈ ਉਸ 'ਚ 1 2 3 ਵੀ ਉਹ ਆਪਾਂ ਲਿਖ ਸਕਦੇ ਹਾਂ। ਉਦੋਂ ਆਪਾਂ ਸਾਨੂੰ ਲਿਖਣਾ ਪਊਗਾ ਟਾਈਪ ਇਜ਼ ਇਕੁਅਲ ਟੂ 1। ਆਪਾਂ ABC ਦੇ ਅਕੋਰਡਿੰਗ ਵੀ ਨੰਬਰਿੰਗ ਲਗਾ ਸਕਦੇ ਹਾਂ। ਫਿਰ ਆਪਾਂ ਟਾਈਪ ਇਜ਼ ਇਕੁਅਲ ਟੂ ਕੈਪੀਟਲ A। ਅਗਰ ਟਾਈਪ ਇਜ਼ ਇਕੁਅਲ ਟੂ ਸਮਾਲ a ਲਿਖ ਲਿਆ ਦੈਨ
small ABC numbering. अगर type is equal to capital I, this means Roman 1 2 3 4. Similarly small I ਦੇ ਨਾਲ 1 2 3 4 and so on. ਇਹ ਟਾਈਪਸ ਹੈ ਕਿਸ ਦੀਆਂ? ਆਰਡਰਡ ਲਿਸਟ ਦੀਆਂ। ਜਦੋਂ ਆਪਾਂ ਆਰਡਰਡ ਲਿਸਟ ਕ੍ਰੀਏਟ ਕਰਨੀ, ਠੀਕ ਹੈ, ਉਹ ਕਿਸ ਟਾਈਪ ਦੀ ਹੋ ਸਕਦੀ ਹੈ। ਆਪਾਂ ਪਹਿਲਾਂ ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਖਦੇ ਹਾਂ, ਉਸ ਦੇ ਅਕੋਰਡਿੰਗ ਫਿਰ ਆਪਾਂ ਨੈਕਸਟ ਕਰਦੇ ਹਾਂ। ਆਰਡਰਡ ਲਿਸਟ, ਆਪਾਂ ਲਿਸਟ ਬਣਾ ਲੈਂਦੇ, ਸਪੋਜ਼ H1 ਟੈਗ ਦੇ ਨਾਲ, ਲਾਈਕ ਸਟੂਡੈਂਟ ਲਿਸਟ, H1 ਕਲੋਜ਼। H1 ਥੋੜਾ ਜਿਹਾ ਜ਼ਿਆਦਾ ਵੱਡਾ ਫੌਂਟ ਹੋ ਜਾਂਦਾ, ਅਗਰ ਆਪਾਂ ਥੋੜਾ ਜਿਹਾ ਛੋਟਾ ਕਰਨਾ ਤਾਂ H3 ਲਿਖ ਲਓ। ਹੈਡਿੰਗ ਜਿਵੇਂ ਤੁਹਾਨੂੰ ਦੱਸਿਆ ਕੇਸ ਸੈਂਸਿਟਿਵ ਨਹੀਂ ਹੈ, ਆਪਾਂ ਸਮੌਲ H ਜਾਂ ਕੈਪੀਟਲ H ਕੁਝ ਵੀ ਪਾ ਸਕਦੇ ਹਾਂ। ਹੁਣ ਆਰਡਰਡ ਲਿਸਟ OL ਸਟਾਰਟਿੰਗ ਤੇ ਕਲੋਜ਼ਿੰਗ ਟੈਗ ਇਕੱਠੇ ਲਿਖ ਲਿਆ ਕਰੋ, ਥੋੜਾ ਜਿਹਾ ਜ਼ਿਆਦਾ ਬੈਟਰ ਰਹਿੰਦਾ, ਯਾਦ ਰਹਿ ਜਾਂਦਾ ਹੈ। ਇਡੈਂਟੇਸ਼ਨ ਕੰਪਲਸਰੀ ਨਹੀਂ ਹੈ, ਬਟ ਅਗਰ ਦਵਾਂਗੇ ਤਾਂ ਜ਼ਿਆਦਾ ਬੈਟਰ ਹੈ। LI ਫਸਟ ਸਟੂਡੈਂਟ ਦਾ ਨੇਮ ਰਾਮ, LI ਅਨਿਲ, LI ਮੀਨੂ, LI ਮਨਜੀਤ। ਸਟੂਡੈਂਟ ਲਿਸਟ ਆਪਾਂ ਲਿਖ ਲੈਂਦੇ ਹਾਂ 1। HR ਸੀਗਾ ਆਪਣਾ ਲਾਈਨ ਲਗਾਉਣ ਦੇ ਲਈ। ਲਿਸਟ 2, ਇਸ ਦੇ ਵਿੱਚ ਮੈਂ ਲਿਖ ਲੈਣਾ ਟਾਈਪ ਇਜ਼ ਇਕੁਅਲ ਟੂ A। ਲਿਸਟ 3, टाइप इज इक्वल टू I। ठीक है, इस तरीके बाकी भी आप लिख सकते हैं। लिस्ट 4, टाइप इज इक्वल टू 1। केवल समझने के लिए आप लिख लिया, 4 लिस्ट क्रिएट कर ली। ऑर्डर्ड लिस्ट OL ऑर्डर्ड लिस्ट, उस दे विच आपां की लिख लिया, एक दे विच 1 2 3, एक च स्मॉल रोमन नंबरिंग 1 डबल I डबल ट्रिपल I ABC नंबरिंग, एक अपनी डिफॉल्ट। इसनू सेव करते हैं, देन एग्जीक्यूट करके देखते हैं इसनू आपां। ठीक है, लिस्ट 1 जो है, जो बाय डिफॉल्ट है, उस च की आ रहा है 1 2 3। लिस्ट 2 च की है अपना ABCD। लिस्ट 3 च की है अपने रोमन। लिस्ट 4 च की है अपना 1 2 3, क्योंकि आप लिस्ट 4 च की रखा है इत्थे, जिहड़ी लिस्ट 4 है 1। अगर मैं इत्थे कैपिटल I करता है, दिस मीनस जिहड़े ये है, जिहड़े रोमन है, ये कैपिटल रोमन च आ जाएंगे। ठीक है, ये अपने को लिस्ट, किहड़ी लिस्ट? ऑर्डर्ड लिस्ट, जिहड़ी अपने को फस्ट टाइप दी है, ऑर्डर्ड लिस्ट। सिमिलरली अपने को है अनऑर्डर्ड लिस्ट। अनऑर्डर्ड लिस्ट दे विच जो उन्हां दी टाइप्स है, टाइप की किस तरह की हो सकती है, जो आप उस दे विच दिखानी है टाइप। डिस्क हो सकते हैं, डिस्क टाइप हो सकती है, सर्कल टाइप हो सकते हैं, स्क्वायर टाइप हो सकते हैं, या नन हो सकता है। ठीक है ना, नन मतलब कोई भी नहीं आऊगी। इस लिए आप टैग यूज करांगे UL अनऑर्डर्ड लिस्ट। लाइक आप इसे नूं करते हैं दोबारा, U की जगह वो अनऑर्डर्ड लिस्ट UL अनऑर्डर्ड लिस्ट। पहला सारे अनऑर्डर्ड लिस्ट कर लेने हैं, फिर आप टाइप चेंज करके देखते हैं। अनऑर्डर्ड लिस्ट, अनऑर्डर्ड लिस्ट, क्लोजिंग टैग का जरूर ध्यान रखना है। अनऑर्डर्ड लिस्ट, अनऑर्डर्ड लिस्ट। LI नूं क्लोज करना जिवें मैं तुहानूं दस्सिया ऑप्शनल है, आप इत्थे नहीं कीता चाहे, बट तुसीं कर लियो। देन टाइप इज इक्वल टू डिस्क, टाइप इज इक्वल टू सर्कल,
टाइप इज इक्वल टू स्क्वायर, दैन एक अपने को टाइप इज इक्वल टू नन लिख लिए, टाइप इज इक्वल टू नन। ਜ਼ਰੂਰੀ ਨਹੀਂ ਹੈ ਹੁਣ ਹਰੇਕ ਐਟਰੀਬਿਊਟ ਜਾਂ ਹਰੇਕ ਟੈਗ ਹਰੇਕ ਬਰਾਊਜ਼ਰ ਤੇ ਬਹੁਤ ਵਧੀਆ ਤਰੀਕੇ ਨਾਲ ਜਾਂ ਐਗਜ਼ੈਕਟ ਉਸ ਤਰੀਕੇ ਦੀ ਹੀ ਆਊਟਪੁੱਟ ਦੇਵੇ। ਹੋ ਸਕਦਾ ਹਰੇਕ ਟੈਗ ਦੇ ਨਾਲ ਉਸਦੀ ਆਊਟਪੁੱਟ ਥੋੜੀ ਚੇਂਜ ਹੋ ਜਾਏ ਬਰਾਊਜ਼ਰ ਦੇ ਅਕੋਰਡਿੰਗ ਥੋੜੀ ਬਹੁਤੀ। ਠੀਕ ਹੈ, ਇਹ ਡਿਫਾਲਟ ਹੈ। ਜਿਹੜੀ ਡਿਫਾਲਟ ਹੈ ਉਹ ਕਿਸ ਟਾਈਪ ਦੀ ਹੈ? ਡਿਸਕ ਟਾਈਪ ਦੀ ਹੋਈ ਹੈ। ਠੀਕ ਹੈ, ਸਿੰਪਲ ਸਰਕਲ ਦੇ ਵਿੱਚ ਫਿਲ ਨਹੀਂ ਹੋਣਗੇ, ਸਿੰਪਲ ਸਰਕਲ ਲੱਗੇ ਆਣਗੇ। ਸਕੁਏਅਰ ਦੇ ਵਿੱਚ ਸਕੁਏਅਰ ਆ ਗਏ। ਨਨ ਦੇ ਵਿੱਚ ਕੋਈ ਅੱਗੇ ਡਿਜ਼ਾਈਨ ਨਹੀਂ ਆਣਾ, ਕੋਈ ਵੀ ਕਿਸ ਤਰੀਕੇ ਦੀ ਅੱਗੇ ਬਟਨ ਜਾਂ ਕੋਈ ਵੀ ਅੱਗੇ ਮਾਰਕ ਨਹੀਂ ਲੱਗਿਆ ਆਣਾ। ਠੀਕ ਹੈ ਨਾ, ਇਹ ਇਸ ਦੇ ਐਟਰੀਬਿਊਟਸ ਹੈ, ਨਨ ਦੇ ਐਟਰੀਬਿਊਟਸ। ਇੱਕ ਮਿੰਟ ਥੋੜ੍ਹਾ ਜਿਹਾ ਦੇਖੋ ਤੁਸੀਂ, ਕਲੀਅਰ ਹੈ ਇਹ ਪੁਆਇੰਟਸ ਜਿਹੜੇ ਇਹ ਉਹਦੇ ਐਟਰੀਬਿਊਟਸ। ਹਾਂਜੀ ਠੀਕ ਹੈ, ਨੈਕਸਟ ਆਪਣੇ ਕੋਲ ਹੈ ਡੈਫੀਨੇਸ਼ਨ ਲਿਸਟ। ਜਿਹੜੀ ਨੈਕਸਟ ਟਾਈਪ ਹੈ ਉਹ ਹੈ ਆਪਣੇ ਕੋਲ ਡੈਫੀਨੇਸ਼ਨ ਲਿਸਟ। ਡੀਐਲ ਨੂੰ ਆਪਾਂ ਕਲੋਜ਼ ਕਰਾਂਗੇ। ਇਸ ਦੇ ਵਿੱਚ ਆਪਾਂ ਦੇਣਾ ਜਿਵੇਂ ਡੀਟੀ ਡਾਟਾ ਟਰਮ, ਜਿਵੇਂ ਮੈਂ ਕੰਪਿਊਟਰ ਦੀ ਡੈਫੀਨੇਸ਼ਨ ਲਿਖਣੀ ਹੈ ਡੀਟੀ, ਫਿਰ ਡੀਡੀ ਦੇ ਨਾਲ ਮੈਂ ਕੰਪਿਊਟਰ ਦੀ ਡੈਫੀਨੇਸ਼ਨ ਅੱਗੇ ਲਿਖਾਂਗੇ ਆਪਾਂ। ਕੰਪਿਊਟਰ is an so ਜੋ ਲਿਖਣਾ ਆਪਾਂ, ਠੀਕ ਹੈ ਨਾ, then dd ਨੂੰ close। ਇਹ ਡੈਫੀਨੇਸ਼ਨ ਕਾਫੀ ਵੱਡੀ ਵੀ ਹੋ ਸਕਦੀ ਹੈ, ਠੀਕ ਹੈ ਨਾ। ਸਿਮਿਲਰਲੀ ਜਿਵੇਂ ਕੰਪਿਊਟਰ ਹੈ, ਇਸ ਤਰੀਕੇ ਕੋਈ ਸੈਕਿੰਡ ਡੈਫੀਨੇਸ਼ਨ ਲਿਖਣੀ ਹੈ, ਪ੍ਰਿੰਟਰ is an output device, ठीक है। Similarly next DL data definition list, ਇਸ ਦੇ ਅੰਦਰ ਫਰਦਰ ਦੋ ਹੋਣਗੇ ਆਪਣੇ, ਕਿਹੜੇ DT ਡਾਟਾ ਟਰਮ ਦੇ ਲਈ ਤੇ DT ਉਸ ਟਰਮ ਦੀ ਡੈਫੀਨੇਸ਼ਨ ਦੇ ਲਈ। ਆਪਾਂ ਇਸ ਦੀ ਆਊਟਪੁੱਟ ਦੇਖਦੇ ਹਾਂ ਇੱਕ ਵਾਰ, ਠੀਕ ਹੈ। ਕੰਪਿਊਟਰ ਜੋ ਉਸਦਾ ਟਰਮ ਹੈ, ਦੈਨ ਉਸਦੀ ਜੋ ਡੈਫੀਨੇਸ਼ਨ, ਜਿਹੜੀ ਡੈਫੀਨੇਸ਼ਨ ਹੈ ਜਿਵੇਂ ਥੋੜੀ ਜਿਹੀ ਟੈਬ ਕਰਕੇ ਲਿਖੀ ਹੁੰਦੀ ਹੈ, ਉਸ ਤਰੀਕੇ ਇਹ ਪ੍ਰੈਜ਼ੈਂਟ ਹੋਊਗੀ ਕੰਪਿਊਟਰ ਦੇ, ਠੀਕ ਹੈ ਨਾ। ਬਸ ਇਹ ਯਾਦ ਰੱਖਣਾ ਹੈ, ਜਦੋਂ ਆਪਾਂ ਡੈਫੀਨੇਸ਼ਨ ਲਿਸਟ ਲਗਾਣੀ ਹੈ ਉਦੋਂ ਸਾਡੇ 3 ਟੈਗ ਲੱਗਣਗੇ, DL DT ਤੇ DD। ਦੈਨ ਨੈਕਸਟ ਆਉਂਦੇ ਆਪਣੇ ਜਦੋਂ ਅਸੀਂ ਨੈਸਟਡ ਕਰਨੀ ਹੈ, ਲਿਸਟ ਨੂੰ ਨੈਸਟਡ ਕਰਨੇ, ਜਿਵੇਂ ਮੈਂ ਇੱਥੇ ਲਿਖ ਰਿਹਾ H1 ਦੇ ਵਿੱਚ ਲਿਖ ਲਿਆ ਕੰਪਿਊਟਰ, ਹੁਣ ਮੈਂ ਇਸ ਦੇ ਵਿੱਚ ਲਿਸਟ ਕ੍ਰੀਏਟ ਕਰਨੀ ਹੈ, ਆਰਡਰਡ ਲਿਸਟ ਕਲੋਜ਼ ਕਰੂੰਗਾ। ਇਸ ਦੇ ਪਾਰਟਸ ਲਿਖਣੇ ਆ, ਲਾਈਕ ਵੀ ਕੈਨ ਸੇ ਕੰਪਿਊਟਰ ਪਾਰਟਸ। ਆਰਡਰਡ ਲਿਸਟ ਦੇ ਵਿੱਚ ਫਸਟ ਮੇਰੀ ਲਿਸਟ ਆਈਟਮ ਦੇ ਵਿੱਚ ਆ ਜਾਂਦਾ ਹੈ ਹਾਰਡਵੇਅਰ ਪਾਰਟਸ, ਠੀਕ ਹੈ ਨਾ, ਜਾਂ ਇਨਪੁਟ ਡਿਵਾਈਸਿਸ। देन दूसरा मैं लिखना है आउटपुट डिवाइसेस। नेक्स्ट में लिखना है केबल्स। नेक्स्ट में लिखना है
ਇਸ ਦੇ ਵਿੱਚ ਪਾਰਟਸ ਆਫ CPU LI ਪਾਰਟਸ ਆਫ CPU। ਹੁਣ ਇਸ ਦੇ ਅਕੋਰਡਿੰਗ ਜਦੋਂ ਮੈਂ ਇੰਨਾ ਕੁ ਚਲਾਇਆ ਆਪਾਂ ਉੱਥੇ ਆਪਣੀ ਕੀ ਆਊਟਪੁੱਟ ਆ ਜੂਗੀ ਅਗਰ ਆਪਾਂ ਕੰਪਿਊਟਰ ਤੇ ਦੇਖਾਂਗੇ। ਕੰਪਿਊਟਰ ਉਸਦੇ ਪਾਰਟਸ ਆ ਗਏ ਇਨਪੁਟ ਡਿਵਾਈਸਿਸ ਆਊਟਪੁੱਟ ਡਿਵਾਈਸਿਸ ਕੇਬਲਸ CPU ਐਕਸੈਟਰਾ। ਹੁਣ ਮੈਂ ਇਨਪੁਟ ਡਿਵਾਈਸਿਸ ਦੇ ਵਿੱਚ ਫਰਦਰ ਜਿਵੇਂ ਇਸ 'ਚ 1 2 3 ਲਿਖਿਆ ਆ ਰਿਹਾ ਮੈਂ ਇਸ ਦੇ ਵਿੱਚ ਲਿਖਣਾ ਚਾਹੁੰਦਾ ਵੀ ਉਸਦੇ ABC ਨਾਲ ਇੱਕ ਹੋਰ ਲਿਸਟ ਬਣੇ। ਦਿਸ ਮੀਨਸ ਮੈਂ ਲਿਖੂੰਗਾ OL ਕਿਉਂਕਿ ਆਰਡਰ ਲਿਸਟ ਹੈ ਟਾਈਪ ਇਜ਼ ਇਕੁਅਲ ਟੂ A OL ਆਰਡਰਡ ਲਿਸਟ ਆਈਟਮ ਕਿਹੜੀ ਹੋਊਗੀ ਮੇਰੀ ਉਸਦੇ ਵਿੱਚ ਜਿਹੜੀਆਂ ਮੈਂ ਉਸਦੇ ਵਿੱਚ ਲਿਖਣਾ ਇਨਪੁਟ ਡਿਵਾਈਸਿਸ ਕੀਬੋਰਡ ਲਿਸਟ ਆਈਟਮ ਮਾਊਸ ਲਿਸਟ ਆਈਟਮ ਐਕਸੈਟਰਾ ਤੁਸੀਂ ਉਸ ਦੇ ਅਕੋਰਡਿੰਗ ਲਿਖ ਸਕਦੇ ਹੋ ਠੀਕ ਹੈ। ਹੁਣ ਆਊਟਪੁੱਟ ਡਿਵਾਈਸਿਸ ਦੇ ਵਿੱਚ ਵੀ ਮੈਂ ਉਹਦੇ ਟਾਈਪਸ ਲਿਖਣੀ ਹੈ ਬਟ ਇੱਥੇ ਮੇਰੀ ਰਿਕੁਆਇਰਮੈਂਟ ਹੈ ਮੈਂ ਉਸਨੂੰ ਨੰਬਰਿੰਗ ਨਹੀਂ ਦੇਣੀ ਸਿੰਪਲ ਮੈਂ ਉਸ ਦੇ ਵਿੱਚ AB ਜਾਂ ਕੋਈ ਜਿਵੇਂ ਸਰਕਲ ਲਗਾਣੇ ਆ ਤਾਂ ਸਰਕਲ ਮਤਲਬ ਇਕੱਲੇ ਮਾਰਕ ਹੀ ਲਗਾਣੇ ਆ ਆਊਟਪੁੱਟ ਡਿਵਾਈਸਿਸ ਦੇ ਵਿੱਚ LI। ਹੁਣ ਆਊਟਪੁੱਟ ਡਿਵਾਈਸ ਸ਼ੁਰੂ ਕੀਤੀ ਹੈ ਨਾਲ ਦੀ ਨਾਲ ਉਸਨੂੰ ਇੱਕ ਵਾਰ ਕਲੋਜ਼ ਵੀ ਕਰ ਲਓ ਤਾਂ ਕਿ ਬਾਅਦ ਵਿੱਚ ਸਾਨੂੰ ਯਾਦ ਰਵੇ। ਪ੍ਰਿੰਟਰ ਮੋਨੀਟਰ ਸਪੀਕਰ ਐਕਸੈਟਰਾ। ਸਿਮਿਲਰਲੀ ਕੇਬਲਸ ਦੇ ਵਿੱਚ ਵੀ ਤੁਸੀਂ ਇੱਕ ਲਿਸਟ ਕ੍ਰੀਏਟ ਕਰੋ ਆਰਡਰਡ ਲਿਸਟ ਅਨਆਰਡਰਡ ਲਿਸਟ। ਇਹ ਹੋਗੀ ਨਾ ਆਪਣੀ ਨੈਸਟਡ ਲਿਸਟ ਮਤਲਬ ਇੱਕ ਲਿਸਟ ਆਈਟਮ ਹੈ ਇਨਪੁਟ ਡਿਵਾਈਸਿਸ ਉਸ ਦੇ ਅੰਦਰ ਮੈਂ ਉਸਦੇ ਹੋਰ ਡਿਵਾਈਸਿਸ ਲਿਖਤੀ ਹੈ। ਇਸ ਨੂੰ ਰਨ ਕਰਕੇ ਦੇਖਦੇ ਇੱਕ ਵਾਰ ਇਨਪੁਟ ਡਿਵਾਈਸਿਸ ਕੀਬੋਰਡਸ ਆਊਟਪੁੱਟ ਡਿਵਾਈਸਿਸ ਠੀਕ ਹੈ ਫਿਰ ਉਸ ਦੇ ਅੰਦਰ 1 2 3 ਆ ਗਏ ਦੈਨ ਕੇਬਲਸ। ਇੱਕ ਚੀਜ਼ ਇੱਥੇ ਗਲਤ ਹੋ ਗਈ ਆਪਣੇ ਕੋਲ ਆਪਾਂ ਇੱਥੇ ਅਨਆਰਡਰਡ ਲਿਸਟ ਲਿਖਣੀ ਸੀ ਕਿਉਂਕਿ ਆਪਾਂ ਕੀ ਬਣਾ ਰਹੇ ਆ ਆਪਾਂ ਕਿਹਾ ਸੀ ਆਪਾਂ ਸਰਕਲ ਟਾਈਪ ਲਿਖਣੇ ਆ ਉੱਥੇ ਬਾਈ ਡਿਫਾਲਟ ਇਹ ਤਾਂ ਉਹਨੇ 1 2 3 ਲਿਖਤਾ ਠੀਕ ਹੈ। ਇਸ ਤਰੀਕੇ ਮਤਲਬ ਇੱਕ ਦੇ ਵਿੱਚ ਜਦੋਂ ਆਪਾਂ ਦੂਸਰੀ ਲਿਸਟ ਕ੍ਰੀਏਟ ਕਰਨੀ ਠੀਕ ਹੈ ਇਹ ਹੈ ਸਾਡੀ ਨੈਸਟਡ ਲਿਸਟ। ਮੈਂ ਇੱਕ ਤੁਹਾਨੂੰ ਆਊਟਪੁੱਟ ਦੇ ਰਿਹਾ ਤੁਸੀਂ ਇਹ ਆਊਟਪੁੱਟ ਦੇ ਅਕੋਰਡਿੰਗ ਆਪਣੇ ਆਪ ਪ੍ਰੋਗਰਾਮ ਦੇ ਵਿੱਚ ਮੈਨੂੰ ਲਿਸਟਿੰਗ ਕਰਕੇ ਦੱਸਣੀ ਹੈ ਇਸ ਦੀ। ਚਲੋ ਇਹ ਆਊਟਪੁੱਟ ਹੈ ਸਾਡੀ ਸਕਰੀਨ ਤੇ ਜਿਹੜੀ ਮੈਨੂੰ ਆਊਟਪੁੱਟ ਚਾਹੀਦੀ ਹੈ। ਇਸ ਦਾ ਕੋਡ ਲਿਖੋ ਤੁਸੀਂ ਤੇ ਚੈਟ ਦੇ ਵਿੱਚ ਪੇਸਟ ਕਰੋ। ਇਸ ਦੀ ਆਊਟਪੁੱਟ ਕੀ ਹੈ ਆਪਣੀ ਜਾਂ ਕੋਡ ਕੀ ਹੈ ਆਪਣਾ ਇਹ ਠੀਕ ਹੈ ਨਾ ਮੀਨਸ ਨੈਸਟਡ ਦੇ ਵਿੱਚ। ਇਸ ਨੂੰ ਰਨ ਕਰਕੇ ਦੇਖ ਲੈਣਾ ਇੱਕ ਵਾਰ ਅਗਰ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਚੈਟ ਦੇ ਵਿੱਚ ਪੁੱਛ ਲਿਓ ਠੀਕ ਹੈ। ਨੈਕਸਟ ਹੈ ਆਪਣੇ ਕੋਲ ਇਮੇਜ ਟੈਗ। ਹੁਣ ਇਮੇਜ ਟੈਗ ਜੋ ਹੈ ਉਹ ਕਿਸ ਲਈ ਹੈ ਨਾਮ ਤੋਂ ਹੀ ਕਲੀਅਰ ਹੈ। ਇਮੇਜ ਟੈਗ ਕਿਸ ਲਈ ਹੋਊਗਾ ਆਪਣੇ ਕੋਲ ਇਮੇਜ ਲਗਾਉਣ ਦੇ ਲਈ ਕੋਈ ਇਮੇਜ ਪੇਸਟ ਕਰਨੀ ਹੈ। ਇਸ ਦੇ ਜਿਹੜੇ ਐਟਰੀਬਿਊਟ ਹੈ ਇੱਕ ਤਾਂ ਹੋਊਗਾ ਸੋਰਸ ਇੱਕ ਹੋਊਗੀ ਇਸ ਦੀ
ਹਾਈਟ, ਕਿੰਨੀ ਹਾਈਟ ਰੱਖਣੀ ਹੈ, ਕਿੰਨੀ ਵਿਡਥ ਦੇਣੀ ਹੈ, ਤੇ ਇਸ ਦੇ ਵਿੱਚ ਬਾਰਡਰ ਦੇਣਾ ਕਿ ਨਹੀਂ, ਤੇ ਕਿੰਨਾ ਬਾਰਡਰ ਦੇਣਾ, ਤੇ ਇੱਕ ਆਲਟਰਨੇਟ ਹੁੰਦਾ ਹੈ। ਇਹ ਇਸ ਦੇ ਬੇਸਿਕ ਐਟਰੀਬਿਊਟਸ ਹੈ। ਹੋਰ ਵੀ ਆਉਂਦੇ ਆ H ਸਪੇਸ V ਸਪੇਸ, ਠੀਕ ਹੈ। ਜਿਹੜੇ ਬੇਸਿਕ ਐਟਰੀਬਿਊਟਸ ਹੈ ਇਮੇਜ ਦੇ ਕੀ ਹੈ, ਸੋਰਸ, ਉਹਦਾ ਪਾਥ, ਸੋਰਸ ਦੇ ਵਿੱਚ ਕੀ ਹੋਊਗਾ, ਉਹਦਾ ਪਾਥ ਵਿਦ ਇਮੇਜ ਨੇਮ, ਹਾਈਟ, ਉਹਦੀ ਆਪਾਂ ਹਾਈਟ ਕਿੰਨੀ ਰੱਖਣੀ ਹੈ। ਬਾਈ ਡਿਫਾਲਟ ਜਿਹੜੀ ਇਮੇਜ ਹੋਊਗੀ, ਅਗਰ ਆਪਾਂ ਹਾਈਟ ਵਿਡਥ ਬਾਰਡਰ ਨਹੀਂ ਦੇਵਾਂਗੇ ਤਾਂ ਬਾਈ ਡਿਫਾਲਟ ਕੋਈ ਉਸ ਦੇ ਵਿੱਚ ਅਮੈਂਡਮੈਂਟਸ ਨਹੀਂ ਹੋਣਗੀਆਂ, ਜੋ ਉਹਦੀ ਓਰੀਜਨਲ ਹਾਈਟ ਵਿਡਥ ਹੋਊਗੀ ਉਹੀ ਪ੍ਰਿੰਟ ਹੋਊਗੀ। ਲਾਈਕ ਮੈਂ ਲਿਖਤਾ ਹਾਈਟ 400 ਪਿਕਸਲ 'ਚ ਹੁੰਦੀ ਹੈ ਇਹ, px ਲਿਖਣਾ ਜ਼ਰੂਰੀ ਨਹੀਂ ਹੈ, ਵਿਡਥ 500, ਬਾਰਡਰ ਲਾਈਕ ਮੈਂ ਦੇਤਾ 4। ਆਲਟਰਨੇਟ ਟੈਕਸਟ ਹੁੰਦਾ ਹੈ, ਅਗਰ ਇਮੇਜ ਨਹੀਂ ਮਿਲੀ ਕੰਪਿਊਟਰ ਨੂੰ ਤਾਂ ਉੱਥੇ ਕੀ ਕਰੇ, ਇੱਥੇ ਉਹ ਕੀ ਦਿਖਾਊਗਾ, ਉਸ ਦੇ ਵਿੱਚ ਕੋਈ ਵੀ ਆਪਾਂ ਇਨਫੋਰਮੇਸ਼ਨ, ਇਮੇਜ ਨਾਟ ਅਵੇਲੇਬਲ, ਠੀਕ ਹੈ ਨਾ, ਜੋ ਆਪਾਂ XYZ ਕੁਝ ਵੀ ਲਿਖਣਾ ਚਾਹੁੰਦੇ ਹਾਂ ਇਸ ਦੇ ਵਿੱਚ ਉਹ ਆਪਾਂ ਇਸ ਲਿਖ ਸਕਦੇ ਹਾਂ। ਇਹ ਟੈਕਸਟ ਉਦੋਂ ਡਿਸਪਲੇ ਹੋਊਗਾ ਜਦੋਂ ਆਪਣੀ ਇਮੇਜ ਅਵੇਲੇਬਲ ਨਹੀਂ ਹੋਊਗੀ, ਠੀਕ ਹੈ ਨਾ। ਹੁਣ ਪਾਥ ਦੇ ਲਈ ਮੈਂ ਜਿੱਥੇ ਆਪਣੀ ਉਹ ਰੱਖਿਆ ਹੈ, ਜਿੱਥੇ ਮੇਰਾ ਇਹ ਫਾਈਲ ਸੇਵ ਹੈ, ਉਸ ਦੇ ਵਿੱਚ ਲਾਈਕ ਮੈਂ ਕੁਝ ਇਮੇजेस ਸੇਵ ਕਰ ਲਈਆਂ, ਜਿਵੇਂ www.jpg, www.jpg, unnamed.jpg, ਠੀਕ ਹੈ ਨਾ, ਕੁਛ ਇਹ ਲਿਖ ਲੈਂਦੇ ਆ abc.jpg, ਠੀਕ ਹੈ। ਹੁਣ ਅਗਰ ਆਪਾਂ ਇਸ ਦੇ ਲਈ ਵਿਦਿਨ ਦਾ ਸੇਮ ਫੋਲਡਰ ਜਿੱਥੇ ਅਸੀਂ ਸਾਡਾ ਪ੍ਰੋਗਰਾਮ ਬਣ ਰਿਹਾ ਹੈ, ਫਿਰ ਆਪਾਂ ਨੂੰ ਕੇਵਲ ਇਕੱਲਾ ਉਹਦਾ ਨਾਮ ਦੇਣ ਦੀ ਲੋੜ ਹੈ, abc.jpg, ਅਗਰ ਉਹ ਸੇਮ ਫੋਲਡਰ 'ਚ ਹੈ। ਅਗਰ ਉਹ ਕਿਸੇ ਹੋਰ ਡੀ ਡਰਾਈਵ 'ਚ ਹੈ ਜਾਂ ਕਿਸੇ ਹੋਰ ਹੈ ਤਾਂ ਸਾਨੂੰ ਡੀ ਡਰਾਈਵ ਦੇ ਵਿੱਚ ਪੂਰਾ ਉਹਦਾ ਫੋਲਡਰ ਨੇਮ, ਦੈਨ ਉਸ ਦੇ ਅੰਦਰ ਇੱਕ ਫੋਲਡਰ ਹੈ, ਉਸ ਦਾ ਨੇਮ, ਠੀਕ ਹੈ, ਉਸ ਦੇ ਅੰਦਰ ਜਿਹੜੀ ਪਿਕ ਹੈ ਉਸ ਦਾ ਨੇਮ ਦੇਣਾ ਪੈਣਾ, ਠੀਕ ਹੈ ਨਾ। ਅਗਰ ਵਿਦਿਨ ਦਾ ਸੇਮ ਫੋਲਡਰ ਹੀ ਵਰਕ ਕਰ ਰਹੇ ਹਾਂ ਅਸੀਂ ਤਾਂ ਸਾਡਾ ਇਕੱਲਾ ਇਮੇਜ ਨੇਮ ਦੇ ਨਾਲ ਹੀ ਚੱਲ ਪਊਗਾ। ਉਹਦਾ ਸੋਰਸ ਕਿੰਨੀ ਹੈ, ਉਹਦੀ ਵਿਡਥ ਕਿੰਨੀ ਹੈ, ਉਹਦਾ ਆਲਟਰਨੇਟ ਟੈਕਸਟ ਕੀ ਦੇਣਾ ਅਸੀਂ, ਠੀਕ ਹੈ ਨਾ, ਉਹ ਆਪਾਂ ਇੱਥੇ ਲਿਖ ਦਾਂਗੇ, ਇਮੇਜ ਨੋਟ ਅਵੇਲੇਬਲ ਜਦੋਂ। ਇਮੇਜ ਟੈਗ ਨੂੰ ਕਲੋਜ਼ ਕਰਨਾ ਜ਼ਰੂਰੀ ਨਹੀਂ ਹੈ, ਠੀਕ ਹੈ, ਮਤਲਬ ਇਹ ਸਿੰਗੂਲਰ ਟੈਗ ਹੀ ਹੈ। ਸੋਰਸ abc.jpg, ਮਤਲਬ ਮੇਰੇ ਇਸ ਫੋਲਡਰ 'ਚ abc.jpg ਹੋਣੀ ਚਾਹੀਦੀ ਹੈ, ਠੀਕ ਹੈ। ਉਹੀ ਮੈਂ ਕੋਡ ਲਿਖੂੰਗਾ, abc.jpg, ਵਿਡਥ, ਹਾਈਟ, ਦੈਨ ਅਗਰ ਆਪਾਂ ਉੱਪਰ ਥੱਲੇ ਇੱਕ ਲਾਈਨ ਲਗਾ ਲਈਏ ਉਸ ਨੂੰ ਥੋੜ੍ਹੀ ਜਿਹੀ ਡਿਸਟਿੰਗੁਇਸ਼ ਕਰਨ ਦੇ ਲਈ ਪਤਾ ਲੱਗ ਜੇ, ਠੀਕ ਹੈ। ਇਹ ਕੀ ਆਪਣਾ ਉਹ ਇਮੇਜ ਪੇਸਟ ਹੋ ਗਈ ਆਪਣੀ, ਉਹਦਾ ਬਾਰਡਰ ਲੱਗ ਕੇ ਆ ਗਿਆ, ਠੀਕ ਹੈ, ਉਹਦੀ ਵਿਡਥ ਹੈ, ਹਾਈਟ ਹੈ, ਆਪਾਂ ਥੋੜੀ ਜਿਹੀ ਹਾਈਟ ਘਟਾ ਲੈਂਦੇ ਹਾਂ 200, ਵਿਡਥ 300, ਬਾਰਡਰ 2, ਉਸ ਦੇ ਅਕੋਰਡਿੰਗ ਉਹਦੇ ਵਿੱਚ ਅਮੈਂਡਮੈਂਟਸ ਹੋ ਜਾਣਗੀਆਂ, ਠੀਕ ਹੈ ਨਾ। ਉਹਦੀ ਕੀ ਵਿਡਥ ਹੈ, ਕੀ ਹਾਈਟ ਹੈ, ਕਿੰਨੇ ਉਸ ਦੇ ਵਿੱਚ ਆਪਾਂ ਬਾਰਡਰ ਲਗਾਇਆ। ਸਿਮਿਲਰਲੀ ਇੱਕ ਹੋਰ ਇਮੇਜ ਪੇਸਟ ਕਰ ਲੈਂਦੇ ਆ, ਲਾਈਕ ਆਪਣੇ ਕੋਲ ਹੈ ਇੱਕ www.jpg, ਉਸ ਦੇ ਵਿੱਚ ਮੈਂ 100 ਵਿਡਥ ਕਰ ਲਈ, ਹਾਈਟ ਕਰ ਲਈ 200 ਵਿਡਥ, ਬਾਰਡਰ ਆਪਾਂ ਉਸ ਦਾ ਨਹੀਂ ਲਗਾਉਂਦੇ, ਠੀਕ ਹੈ ਨਾ। ਆਲਟਰਨੇਟ ਟੈਗ ਵੀ ਆਪਸ਼ਨਲ ਹੈ, ਚਾਹੇ ਨਾ ਲਗਾਓ, ਠੀਕ ਹੈ ਨਾ। ਇੱਕ ਇਹ ਇਮੇਜ ਲੱਗੀ ਆ ਗਈ ਆਪਣੀ। ਅਗਰ ਆਪਾਂ ਬਾਰਡਰ ਲਗਾਵਾਂਗੇ ਤਾਂ ਉਸ ਤੇ ਸਾਡਾ ਬਾਰਡਰ ਡਿਸਪਲੇ ਹੋ ਜਾਊਗਾ, ਠੀਕ ਹੈ ਨਾ, ਇਸ ਤੇ ਬਾਰਡਰ ਲੱਗਿਆ ਗਿਆ ਇਮੇਜ ਤੇ। ਅਗਰ ਨੈਕਸਟ ਇਮੇਜ ਅਗਲੀ ਲਾਈਨ 'ਚ ਲੈ ਕੇ ਆਣੀ ਹੈ ਤਾਂ ਉਸ ਦੇ ਲਈ ਸਾਨੂੰ ਪਤਾ ਹੀ ਹੈ ਕਿਹੜਾ ਟੈਗ ਹੈ, br ਟੈਗ ਹੈ, ਠੀਕ ਹੈ। ਨੈਕਸਟ ਲਾਈਨ ਦੇ ਲਈ ਇਹ ਆਪਣਾ ਇਮੇਜ ਟੈਗ ਹੈ, ਇਸ ਨੂੰ ਮੈਂ ਚੈਟ ਦੇ ਵਿੱਚ ਪੇਸਟ ਕਰ ਦੇਣਾ ਇੱਕ ਵਾਰ, ਇਹ ਵਾਲਾ ਕੋਡ ਵੀ ਕਾਪੀ ਕਰਕੇ ਰੱਖ ਲਿਓ ਤੁਸੀਂ, ਤੇ ਇਸ ਨੂੰ ਇੱਕ ਵਾਰ ਰਨ ਕਰਕੇ ਦੇਖਣਾ। ਕਿਸੇ ਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਜਾਂ ਚੈਟ ਦੇ ਵਿੱਚ ਪੁੱਛ ਸਕਦੇ ਹੋ।